देखो मैं अपनी जिम्मेवारी समझते हुए हर उस सवाल का जवाब देने को तैयार हाँ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੱਲ ਕੀਤੀ ਔਰ ਸਾਡੇ ਤੋਂ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੀ ਸਾਡੀ ਜ਼ਿੰਮੇਵਾਰੀ ਬੰਦੀ ਉਹ ਸਾਨੂੰ ਦੱਸਣਾ ਚਾਹੀਦਾ। ਮਗਰ ਇਹ ਜਿਹੜੇ ਵਿਰੋਧੀਆਂ ਦੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਦਾ ਕਿ ਉਹਨਾਂ ਦੇ ਗੱਲਾਂ ਦਾ ਕੋਈ ਜਵਾਬ ਦੇਣਾ ਕੋਈ ਲੌਜਿਕ ਨਹੀਂ ਹੈ, ਕਿਉਂਕਿ ਉਹਨਾਂ ਨੂੰ ਆਪ ਪਤਾ ਹੈ ਕਿ ਉਹ ਜਿਹੜਾ ਸਵਾਲ ਕਰ ਰਹੇ ਨੇ ਉਹ ਸਿਰਫ ਤੇ ਸਿਰਫ ਕਮੇਟੀ ਨੂੰ ਬਦਨਾਮ ਕਰਨ ਵਾਸਤੇ। ਇਹ ਸਵਾਲ ਸ਼ੁਰੂ ਹੋਇਆ ਹੈ ਕਿ ਕੱਲ ਸੱਜਣ ਕੁਮਾਰ ਦੀ ਜਿਹੜੀ ਬੇਲ ਹੈ ਉਹ ਜਿਹੜੀ ਐਕਸੈਪਟ ਹੋਈ ਹੈ ਔਰ ਉਹਦੇ ਵਿੱਚ ਦਿੱਲੀ ਕਮੇਟੀ ਵੱਲੋਂ ਨਾਕਾਮੀ ਕੀਤੀ ਗਈ ਹੈ। ਇਹ ਇੱਕ ਸਵਾਲ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਾਡੇ ਤੋਂ ਪੁੱਛਿਆ, ਅਸੀਂ ਉਹਨਾਂ ਨੂੰ ਇਹ ਦੱਸਿਆ ਹੁਣੇ ਕਿ ਇਹ ਸਾਰਾ ਕੁਝ ਜਿਹੜਾ ਕੁਝ ਹੋਇਆ ਪਿਛਲੇ ਇੰਨੇ ਸਮੇਂ ਤੋਂ ਜਿਹੜੀ ਵੱਡੀ ਲੜਾਈ ਲੜ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀ ਸਮੁੱਚੀ ਟੀਮ, ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸੱਜਣ ਕੁਮਾਰ ਨੂੰ ਅੰਦਰ ਕਰਾਉਣ ਦੇ ਵਿੱਚ ਸਾਡੀ ਕਮੇਟੀ ਨੇ ਪੂਰਾ ਰੋਲ ਅਪਣਾਇਆ। ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਵੀ ਨਾ ਆਂਦੀਏ, ਮਗਰ ਟੈਕਨੀਕਲੀ ਇਹੋ ਜਿਹੀ ਕਈ ਗੱਲਾਂ ਆ ਜਾਂਦੀਆਂ ਕਿ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹ ਉੱਥੇ ਪੇਸ਼ ਕਿਉਂ ਨਹੀਂ ਹੋਏ। ਉਹਦਾ ਕਾਰਨ ਇਹ ਸੀ ਕਿ ਜਿਹੜਾ ਪਰਿਵਾਰ ਜਿਹੜੇ ਉੱਥੇ ਦੇ ਗਵਾਹ ਨੇ ਜਿਨ੍ਹਾਂ ਕਰਕੇ ਅਸੀਂ ਖੜਾ ਹੋਣਾ ਸੀ ਉਹਨਾਂ ਨੇ ਕਿਉਂਕਿ ਬੇਲ ਐਪਲੀਕੇਸ਼ਨਸ ਲੱਗਦੀਆਂ ਤੇ ਉਹਨਾਂ ਦੇ ਵਕਾਲਤਨਾਮੇ ਜ਼ਰੂਰ ਨਾਲ ਸਬਮਿਟ ਹੋਣੇ ਚਾਹੀਦੇ ਆ ਔਰ ਵਕਾਲਤਨਾਮੇ ਉਸ ਪਰਿਵਾਰ ਨੇ ਸਾਈਨ ਕਰਕੇ ਨਹੀਂ ਦਿੱਤੇ ਸਾਨੂੰ। ਇਸ ਕਰਕੇ ਸਾਡੇ ਜਿਹੜੇ ਵਕੀਲ ਹੈ ਪਿਛਲੇ 20 ਸਾਲਾਂ ਤੋਂ ਇਸ ਕੇਸ ਨੂੰ ਲੜ ਰਹੇ ਆ, 34 ਸਾਲਾਂ ਤੋਂ ਲਗਾਤਾਰ DSGMC ਦੀ 84 ਦੀ ਲੜਾਈ ਲੜ ਰਹੇ ਨੇ ਸਾਡੇ ਵੱਲੋਂ, ਮਗਰ ਉਹਨਾਂ ਵੱਲੋਂ ਜਦ ਇਹ ਵਕਾਲਤਨਾਮਾ ਨਾ ਹੋਣ ਕਰਕੇ ਉੱਥੇ ਨਾ ਪੇਸ਼ ਹੋਣ ਵਾਲੀ ਗੱਲ ਆਈ। ਜਿਹੜੀਆਂ ਡੇਟਾ ਕੱਲ ਸਰਦਾਰ ਮਨਜੀਤ ਸਿੰਘ ਜੀਕੇ ਨੇ ਸ਼ੋਅ ਕੀਤੀਆਂ ਉਹਦੇ ਬਾਰੇ ਹੁਣੇ ਜਗਦੀਪ ਸਿੰਘ ਕਾਲੋ ਉਹਨਾਂ ਨੇ ਸਾਰੀ ਡਿਟੇਲ ਵਾਈਜ਼ ਦਿੱਤੀ ਹੈ ਕਿ ਸਰਦਾਰ ਗੁਰਬਖਸ਼ ਸਿੰਘ ਜੀ ਹਰ ਪੇਸ਼ੀ ਤੇ ਉੱਥੇ ਗਏ ਨੇ, ਮਗਰ ਜਦ ਬੇਲ ਐਪਲੀਕੇਸ਼ਨਸ ਲੱਗਦੀਆਂ ਤੇ ਵਕਾਲਤਨਾਮਾ ਉੱਥੇ ਦੇਖੇ ਜਾਂਦੇ ਨੇ ਔਰ ਜਿਸ ਵਕਤ ਜੱਜ ਸਾਹਿਬ ਦੀ ਨੋਟਿਸ ਵਿੱਚ ਆ ਜਾਏ ਤੇ ਫਿਰ ਉੱਥੇ ਵਕੀਲ ਦਾ ਬਿਨਾਂ ਵਕਾਲਤਨਾਮੇ ਖੜੇ ਹੋਣਾ ਮੁਨਾਸਬ ਨਹੀਂ ਹੈ। ਸੋ ਇਸ ਕਰਕੇ ਇਹ ਕੱਲ ਜਿਹੜੀ ਗੱਲ ਉੱਠੀ ਹੈ ਔਰ ਅਸੀਂ ਉਹਦੇ ਬਾਰੇ ਅੱਜ ਉਹਨਾਂ ਦੇ ਪਰਿਵਾਰ ਨਾਲ ਮਿਲੇ ਆ, ਉਸ ਪਰਿਵਾਰ ਕੋਲੋਂ ਵਕਾਲਤਨਾਮੇ ਸਾਈਨ ਕਰਵਾਏ ਨੇ, ਉਹਨਾਂ ਨੂੰ ਰਿਕੁਐਸਟ ਕੀਤੀ, ਉਹਨਾਂ ਨੂੰ ਕੌਮ ਦਾ ਵਾਸਤਾ ਦਿੱਤਾ ਔਰ ਉਸ ਕਰਕੇ ਉਹਨਾਂ ਨੇ ਜਦ ਸਾਈਨ ਕੀਤੇ ਅਸੀਂ ਪੂਰਾ ਇਸ ਗੱਲ ਤੋਂ ਵੀ ਸੁਨਿਸ਼ਚਿਤ ਕਰਾਂਗੇ ਕਿ ਜਿਹੜੀ ਇਹਦੀ ਬੇਲ ਐਪਲੀਕੇਸ਼ਨ ਕੱਲ ਐਕਸੈਪਟ ਹੋਈ ਹੈ ਉਹਨੂੰ ਚੈਲੰਜ ਕਰਾਂਗੇ ਕੋਰਟ ਦੇ ਰਾਹੀਂ ਔਰ ਉਹਨੂੰ कैंसिल करावांगे। क्या सर ये वकालतनामा कब से परिवार जो है वो साइन नहीं कर रहे थे और अब किस तरीके से साइन जो है वो कर दिए गए? पिछले 2-2.5 साल तो लगातार देखो पिछले लगातार 2-2.5 साल से इसके ऊपर वर्किंग कर रहे हैं और उन्होंने मना कर दिया क्योंकि उनके परिवार की सिचुएशंस भी ठीक हो चुकी हैं, वो हो सकता है कि इससे बाहर निकलना चाह रहे हो। मगर जिस वक्त कल ਇਹ ਮੁੱਦਾ ਉਠਿਆ ਔਰ ਉਹਨਾਂ ਨੂੰ ਜਿਸ ਵਕਤ ਜਾ ਕੇ ਦਿੱਲੀ ਕਮੇਟੀ ਦੇ ਸਾਡੇ ਜਿਹੜੇ ਵਕੀਲ ਸਾਹਿਬ ਹੈ ਉਹ ਗਏ ਨੇ, ਉਹਨਾਂ ਨੇ ਪ੍ਰੈਸ ਰਿਲੀਜ਼ਾਂ ਉਹਨਾਂ ਨੂੰ ਦਿਖਾਈਆਂ ਨੇ ਕਿ ਵੀ ਇਸ ਤਰੀਕੇ ਦੇ ਨਾਲ ਕੱਲ ਤੁਹਾਡੇ ਤੇ ਵੀ ਇਹ ਗੱਲ ਆਏਗੀ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਿਓ। ਸੋ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਨੂੰ ਅੱਜ ਵਕਾਲਤਨਾਮਾ ਸਾਈਨ ਕਰ ਦਿੱਤਾ। ਕੋਈ ਪਰਿਵਾਰ ਕੋ ਥ੍ਰੈਟ ਦੀ ਜਾਂ ਫਿਰ ਦੇਖੋ ਨਾ ਅਸੀਂ ਪਰਿਵਾਰ ਦੀ ਥ੍ਰੈਟ ਦੀ ਗੱਲ ਕਰੀ ਕਿਉਂਕਿ SIT ਦਾ ਕੇਸ ਹੈ ਔਰ ਪਰਿਵਾਰ ਕੋਲੋਂ ਉਹਨਾਂ ਦੇ ਆਈਡੈਂਟੀਫਿਕੇਸ਼ਨ ਡਿਸਕਲੋਜ਼ ਕਰਨੀ ਇਹ ਸਾਨੂੰ ਮਨਾ ਕੀਤਾ ਗਿਆ। ਇਸ ਕਰਕੇ ਉਸ ਪਰਿਵਾਰ ਦੇ ਬਾਰੇ ਉਹਨਾਂ ਨੂੰ ਥ੍ਰੈਟ ਹੈ ਜਾਂ ਨਹੀਂ ਹੈ ਇਹ ਉਹੀ ਦੱਸ ਸਕਦੇ ਨੇ, ਮਗਰ मैं उन्होंने आइडेंटिफिकेशन डिस्क्लोज नहीं कर सकता। तो अब उन्होंने सिग्नेचर कर दिया है वकालतनामे बिल्कुल पर? कर दी। तो अब जिस तरीके से सवाल अकाल तख्त साहिब ने भी खड़े किए हैं दिल्ली कमेटी के ऊपर, क्या कहेंगे उसको? देखो अकाल तख्त साहब ने कोई कमेटी के ऊपर सवाल नहीं खड़े किए। अकाल तख्त साहब के एक हमारी सर्वोच्च संस्था है और उनकी जिम्मेवारी बनती है कि सिख कौम के बीच में कोई भी मसला उठे उसकी जानकारी उनको होनी चाहिए और उन्होंने वो जानकारी हमसे मांगी है। हाँ ये बात उनकी तरफ से हुई है कि जानकारी उन्होंने मीडिया के राही मांग ली, अगर वो टेलीफोनिकली हमसे मांगते तो हमको और अच्छी तरीके से समझा सकते थे, मगर उनको उस वक्त जो माहौल बना होगा मैं उसके बारे में मैं कह नहीं सकता। मगर जथेदार साहब से हम खुद बात करेंगे और उनको सारी बातों से आगाह भी कराएंगे, उनसे आगे के लिए सलाह भी लेंगे और उनके आदेश का पालन भी करेंगे। क्या मानते हैं कि इस पूरे मामले पर राजनीति हो रही है? बिल्कुल, सरदार मनजीत सिंह जी के जिस मुद्दे में आ जाएगा उसमें वो राजनीति है। वो गुरु घर की सेवा में आया तब भी राजनीति करते थे, वो गुरु घर की चोरियां करके भागे तब भी राजनीति कर रहे हैं। आज गुरु घर के ऊपर जो ये संकट आए कौम का मुद्दा है उसके ऊपर भी राजनीति करना उनका सिर्फ एक ही मोटिव है। जब वो कमेटी में है तो सब कुछ ठीक है, जब वो कमेटी के बाहर है तो सारी कमेटियाँ गलत है। सारी कमेटियाँ को बदनाम करना को उन्होंने ठेका ले रखा क्योंकि उनको ये जो सौगात है वो पिता पुरुष से मिली है, उनके पिता के जी का भी यही काम था और उसी तरीके नाल जिस तरीके नाल उन्होंने गुरु घरां नूं बदनाम किया सी सरदार मनजीत सिंह जी का भी हुक्म। अच्छा एक काम दिल्ली कमेटी का नहीं है, जवाब देना ये दे सकती है पंजाब की सरकार या पंजाब च राज की पिछले 60 सालों तो श्रोमणी अकाली दल।
ਜਿਨ੍ਹਾਂ ਦੇ ਆਗੂ ਅੱਜ ਆਪਣੇ ਇੱਕ ਦਫ਼ਤਰ ਦੇ ਕਬਜ਼ੇ ਲੈਣ ਪਿੱਛੇ ਇੱਥੇ ਆ ਕੇ ਬੈਠੇ ਹੋਏ ਨੇ, ਮਗਰ ਉਹਨਾਂ ਨੂੰ ਪਟਿਆਲੇ ਦੀ ਜਾਂ ਪੰਜਾਬ ਦੀ ਕੋਈ ਫਿਕਰ ਨਹੀਂ ਹੈ। ਅੱਜ ਪੂਰੀ ਲੀਡਰਸ਼ਿਪ ਉਹਦਾ, ਭਾਵੇਂ ਪਾਰਟੀ ਦੇ ਪ੍ਰਧਾਨ ਹੋਏ, ਭਾਵੇਂ ਪਾਰਟੀ ਦੇ ਸਕੱਤਰ ਜਨਰਲ ਹੋਣ, ਭਾਵੇਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੋ, ਅੱਜ ਪਿੱਛੇ ਇੱਕ ਕਮਰੇ ਦੇ ਵਿੱਚ ਜਿੱਥੇ ਅਖੰਡ ਪਾਠ ਸਾਹਿਬ ਰੁਕਵਾ ਕੇ ਕਮਰੇ ਦੇ ਕਬਜ਼ੇ ਵਸੇ ਬੈਠੇ ਨੇ, ਮਗਰ ਉਹਨਾਂ ਨੂੰ ਆਪਣੇ ਪਟਿਆਲੇ ਪੰਜਾਬ ਦੀ ਕੋਈ ਫਿਕਰ ਨਹੀਂ ਹੈ। ਐਸੀ ਕਰਕੇ ਪੰਜਾਬ ਵਾਲਿਆਂ ਨੇ ਉਹਨਾਂ ਨੂੰ ਉੱਥੋਂ ਕੱਢਿਆ, ਪੰਜਾਬ ਤੋਂ ਉਹਨਾਂ ਨੂੰ ਇਸ ਕਰਕੇ ਬਾਹਰ, ਅਕਾਲੀ ਦਲ ਨੂੰ ਬਾਹਰ ਕੀਤਾ ਗਿਆ ਕਿ ਤੁਹਾਡੀ ਜਿਹੜੀ ਲੀਡਰਸ਼ਿਪ ਹੈ, ਤੁਹਾਡੀ ਜਿਹੜੀ ਸੋਚ ਹੈ, ਉਹ ਇੱਕ ਸੀਮਿਤ ਰਹਿ ਗਈ ਹੈ ਔਰ ਤੁਸੀਂ ਨਾ ਆਪਣਾ ਪੰਜਾਬ ਦਾ ਵਿਕਾਸ ਕਰ ਸਕਦੇ ਹੋ, ਨਾ ਕੋਈ ਸਿੱਖੀ ਦਾ ਵਿਕਾਸ ਕਰ ਸਕਦੇ ਹੋ। दफ्तर की आपने बात करी है, कल जिस तरीके से दफ्तर को ਇਸੇ लेकर ਦੇ ਨਾਲ ਹੀ ਜੁੜਿਆ ਸਵਾਲ ਹੈ, ਜਦੋਂ ਪੰਜਾਬ ਦੇ ਵਿੱਚ ਹੁਣ ਕੇਜਰੀਵਾਲ ਸਰਕਾਰ ਬਣੀ ਹੈ, ਲਗਾਤਾਰ ਲਾਅ ਐਂਡ ਆਰਡਰ ਵੀ ਵਿਗੜ ਰਹੇ ਆ, ਬੁੜਾਏ ਜੇਲ੍ਹ ਦੇ ਬਾਹਰ ਬੰਬ ਮਿਲਿਆ, ਲਗਾਤਾਰ ਕਤਲ ਹੋ ਰਹੇ ਆ। ਅੱਜ ਪਟਿਆਲੇ ਦੀ ਜੋ ਘਟਨਾ ਹੋਈ ਹੈ, ਸਰਕਾਰ ਦੇ ਉੱਤੇ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ? ਦੇਖੋ, ਇਹ ਤਾਂ ਜਵਾਬ ਸਰਦਾਰ ਅਰਵਿੰਦ ਕੇਜਰੀਵਾਲ ਜੀ ਜਾਂ ਸਰਦਾਰ ਭਗਵੰਤ ਸਿੰਘ ਕੀ ਨਾਮ, ਭਗਵੰਤ ਮਾਨ ਹੈ ਨਾ, ਭਗਵੰਤ ਮਾਨ ਉਹੀ ਦੇ ਸਕਦੇ ਨੇ ਕਿ ਵੀ ਲਾਅ ਐਂਡ ਆਰਡਰ ਉਹਨਾਂ ਨੇ ਦੇਖਣਾ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਆ, ਸਾਨੂੰ ਗੁਰੂ ਘਰ ਦੀ, ਗੁਰੂ ਪੰਥ ਦੀ ਗੱਲ ਕਰੋ। ਸਰਕਾਰਾਂ ਦੇ ਵਿੱਚ ਕੀ ਹੋ ਰਿਹਾ ਇਹਦੇ ਬਾਰੇ ਮੈਂ ਦੱਸ ਰਿਹਾ। 4 ਕਦਮ ਪਿੱਛੇ ਬੈਠੀ ਹੈ ਪੰਜਾਬ ਦੀ ਲੀਡਰਸ਼ਿਪ ਅਕਾਲੀ ਦਲ ਦੀ, ਉਹਨਾਂ ਕੋਲ ਜਾ ਕੇ ਪੁੱਛੋ ਕਿ ਵੀ ਇਹ ਕਿਉਂ ਨਾਕਾਮੀ ਹੋਈ ਹੈ। ਤੁਹਾਡਾ ਕਿਆ ਫਰਜ਼ ਨਹੀਂ ਬਣਦਾ? ਅੱਜ ਤੁਸੀਂ ਦਿੱਲੀ ਦਫ਼ਤਰਾਂ ਦੇ ਕਬਜ਼ੇ ਕਰਨ ਵਾਸਤੇ ਇੱਥੇ ਬੈਠੇ ਹੋ, ਤੁਸੀਂ ਜਾ ਕੇ ਪੰਜਾਬ 'ਚ ਇਹਦੇ ਬਾਰੇ ਗੱਲ ਕਰੋ। दफ्तर को लेकर कल अकाली दल की नेताओं ने न्यू दिल्ली डीसीपी से भी मुलाकात करी है। ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਇਹੀ ਗੱਲ ਦੱਸਾਂਗਾ ਕਿ ਕਿੰਨੀ ਨੁਮਾਇਸ਼ੀ ਦੀ ਗੱਲ ਹੈ। ਦਿੱਲੀ ਦੀ ਸੰਗਤ ਵਸੇ ਔਰ ਖਾਸ ਤੌਰ ਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਵੀ ਆਪਣੇ ਅੰਦਰ ਸੰਗਿਆਨ ਲੈਣਾ ਚਾਹੀਦਾ ਕਿ ਉਹਨਾਂ ਦਾ ਪ੍ਰਧਾਨ ਸਿਰਫ ਤੇ ਸਿਰਫ ਆਪਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਲੈਣ ਉਸੇ ਅੱਜ 20 ਸਾਲਾਂ ਬਾਅਦ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ 'ਚ ਜਾ ਕੇ ਬਹਿ ਗਿਆ। ਉਹਨਾਂ ਦੇ ਪਿੱਛੇ ਪੈ ਗਏ ਜਾ ਕੇ, ਜਿਨ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਦੋਸ਼ ਲੱਗੇ, ਉਹਨਾਂ ਨੂੰ ਡੇਰਾ ਮੁਖੀ ਦੀ ਮਾਫੀ ਦੇ ਦੋਸ਼ ਲੱਗੇ, ਉਹਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਖੁਰਦ-ਬੁਰਦ ਕਰਨ ਦੇ ਦੋਸ਼ ਲੱਗੇ, ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋਣ ਦੇ ਦੋਸ਼ ਲੱਗੇ। ਕਿਆ ਅੱਜ ਸਰਨਾ ਸਾਹਿਬ ਦਾ ਜਵਾਬ ਨਹੀਂ ਮੰਗਦੇ? ਉਹਨਾਂ ਦੇ ਮੈਂਬਰ ਕਿਉਂ ਨਹੀਂ ਪੁੱਛਦੇ ਕਿ ਸਰਨਾ ਸਾਹਿਬ ਰਾਤੋਂ ਰਾਤ ਇਹ ਦੋਸ਼ ਖਾਲੀ ਹੋ ਗਏ? ਕਿਆ ਜਾ ਕੇ ਤੁਸੀਂ ਸਰਦਾਰ ਉਹਨਾਂ ਦੇ ਪੈਰਾਂ 'ਚ ਜਾ ਕੇ ਅਕਾਲੀ ਦਲ ਦੇ ਬਹਿ ਕੇ ਦਫ਼ਤਰ ਦੇ ਵਿੱਚ ਤੁਸੀਂ ਗੱਲਾਂ ਕਰ ਰਹੇ ਹੋ? ਤੁਸੀਂ ਅੱਜ ਕਹਿ ਰਹੇ ਹੋ ਕੌਮ ਨੂੰ ਇਕੱਠੀ ਹੋਣੀ ਚਾਹੀਦੀ ਹੈ। ਕਿਹੜਾ ਐਸਾ ਕੰਮ ਹੋ ਗਿਆ ਰਾਤੋਂ ਰਾਤ ਕਿ ਤੁਹਾਨੂੰ ਉਹਨਾਂ ਨੇ ਆਪਣੇ 2 ਮੈਂਬਰ ਦੇਣ ਵਸੇ ਕਹਿਤਾ ਕਿ ਇਹ 2 ਮੈਂਬਰ ਤੁਹਾਨੂੰ ਵੋਟ ਪਾ ਦੇਣਗੇ, ਇਸ ਕਰਕੇ ਤੁਸੀਂ ਸਾਡੇ ਚਲੋ? ਸੋ ਇਹ ਅਕਾਲੀ ਦਲ ਦੇ ਦਿੱਲੀ ਦੇ ਨੁਮਾਇੰਦੇ, ਕਿਉਂਕਿ ਸੰਗਤ ਨੇ ਚੁਣ ਕੇ ਭੇਜਿਆ ਔਰ ਗੁਰੂ ਘਰ ਦੀਆਂ ਸੇਵਾਵਾਂ ਵਾਸਤੇ ਭੇਜਿਆ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਸੂਝਵਾਨ ਹੋ ਨਾ, ਤੁਸੀਂ ਇਨ ਲੋਕਾਂ ਦੇ ਪਿੱਛੇ ਲੱਗੇ ਹੋਏ ਹੋ ਜਿਨ੍ਹਾਂ ਨੇ ਹਮੇਸ਼ਾ ਸਿਰਫ ਆਪਣਾ ਮੁਨਾਫ ਦੇਖਿਆ। ਔਰ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕੱਲ੍ਹ ਜਾ ਕੇ ਉੱਥੇ ਜਿਸ ਤਰੀਕੇ ਦੀ ਗੱਲ ਕੀਤੀ ਕਿ ਅੱਜ ਪੰਥ ਇਕੱਠਾ ਹੋ ਰਿਹਾ, ਪੰਥ ਸਰਦਾਰ ਪਰਮਜੀਤ ਸਿੰਘ ਸਰਨਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈਗਾ, ਪੰਥ ਸਮੂਚਾ ਬੈਠਾ ਦਿੱਲੀ ਦੇ ਵਿੱਚ। ਤੁਸੀਂ ਇੱਥੋਂ ਲਹਿਰ ਚਲਾਉਣ ਦੀ ਕੋਸ਼ਿਸ਼ ਕੀਤੀ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਅੱਛੇ ਤਰੀਕੇ ਦੇ ਨਾਲ ਆਪਣੇ ਗੁਰੂ ਘਰ ਦੀਆਂ, ਗੁਰਧਾਮਾਂ ਦੀਆਂ ਜਿੱਥੇ ਸੇਵਾ ਕਰ ਰਹੀ ਹੈ, ਪੰਥਕ ਲਹਿਰ, ਪੰਥ ਘਰ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਇਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਸੀਂ ਇਹਦੇ ਵਿੱਚ ਪੂਰੇ ਕਾਮਯਾਬ ਵੀ ਆ। ਔਰ ਕੋਈ ਸਾਨੂੰ ਇਹਦੇ ਵਿੱਚ ਬਾਹਰ ਦੇ ਲੋਕਾਂ ਦੀ ਲੋੜ ਨਹੀਂ ਹੈ, क्योंकि श्रोमणी कमेटी ने भी बड़े बड़े इतने आके वादे किए हैं। देखते हैं आने वाले समय की काम करते हैं। कालका साहब, जिस पार्टी पर आप सवाल खड़े कर रहे हैं उसी पार्टी के आप दिल्ली के प्रधान भी बने थे और दिल्ली कमेटी से उसी पार्टी से आप चुनाव भी लड़े थे। मैं यही गल कर रहा कि ये दोष जिस वक्त असी पार्टी के होंगे सी तो सरना साहब लगाते सी। क्या सरना साहब को रातों रात एक वजह कोई साबुन मिल गया जो धो के उसे चले गए? मैं भी तो यही गल कर रहा कि भाई जब असी पार्टी के नाल चलते सी तब तुसीं साडे ते सड़कों के गलियां च जा के दोष लगाए सी कि नहीं लगाए सी? और असी जिस वक्त सवाल पूछने असी शुरू किए तो तुसीं उन्हां दे नाल साथ जाके बैठ गए। सो ये मैं समझदा कि बहुत सोची समझी साजिश के नाल और सिर्फ तो सिर्फ एक लालसा, एक भुख है कि दिल्ली सिख गुरुद्वारा प्रबंधक कमेटी का मैं किसी तरीके प्रधान बन जावां और उहदे लई वो जिस बंदियां नूं गोलक चोरी का इल्जाम लाते सी उन्हां दे नाल भी सांठ-गांठ कर लिया, जिन्हां नूं गुरु ग्रंथ साहब महाराज की बेदबी का इल्जाम लाते सी उन्हां ते भी कर लिया। मैं तो नहीं कहा कि बेदबी हुई है या बेदबी नहीं हुई, गल तो मैं कह रहा कि इल्जाम सरना साहब लाते सी, असी इल्जाम नहीं लाए। इल्जाम मनजीत सिंह जीके ने लाए ने। अज बंदी ਸਿੰਘਾਂ की रिहाई की गल कर रहे हैं, क्यों नहीं देश के जिस वक्त पंजाब की सरकार सी तुहाडी सांझ सी सेंटर के नाल तां तुसीं बंदी ਸਿੰਘਾਂ की गल क्यों नहीं की? अज तुसीं उस वक्त अपने मुनाफ के अपने काम करते रहे हो, उस वक्त तुसीं इस बारे गल करते। सो अज जिस तरीके दे नाल तुसीं इत्थे आके सिर्फ एक दफ्तर के उत्ते कब्जा करने वास्ते लगातार उत्ते अखंड पाठ रखने ने और तुहाडे कोल मुद्दा नहीं है कि क्यों रखने हैं, तुसीं अज उस बंदी ਸਿੰਘਾਂ का नाम वरतना शुरू करता। इस तो नमोशी और निखेधी की गल नहीं हो सकती। देखिए सरदार मनजीत सिंह, देखो सरदार मनजीत सिंह जी के उन्हों का काम है हमेशा ही हर मुद्दे के उत्ते राजनीति करना, जो कि वो करते रहे आ। जदों दिल्ली सिख गुरुद्वारा प्रबंधक कमेटी के प्रधान सी तां भी वो राजनीति करते सी। जदों संगतां ने उन्हों दे कोलों
ਪ੍ਰਧਾਨਗੀ ਤੋਂ ਉਹਨਾਂ ਨੂੰ ਵੱਖ ਕਰ ਦਿੱਤਾ ਹੈ। ਉਸ ਤੋਂ ਬਾਅਦ ਵੀ ਹੁਣ ਉਹਨਾਂ ਦਾ ਕੰਮ ਹੈ ਰੋਜ਼ਾਨਾ ਰਾਜਨੀਤੀ ਕਰਨਾ। ਇਹ ਇੱਕ ਕੌਮ ਦਾ ਬਹੁਤ ਹੀ ਅਹਿਮ ਮਸਲਾ ਹੈ ਜਿਹਦੇ ਉੱਤੇ ਮੈਂ ਸਮਝਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ, ਬਲਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਇਹ ਕੇਸ ਲੜ ਰਹੀ ਹੈ ਉਹਦੇ ਤੇ ਸਹਿਯੋਗ ਕਰਨ ਦੀ ਲੋੜ ਹੈ। ਜੇ ਤੁਹਾਡੇ ਕੋਲ ਕੋਈ ਇਨਪੁਟ ਹੈ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਾਡੇ ਵਕੀਲਾਂ ਦੇ ਨਾਲ, ਸਾਡੇ ਲੀਗਲ ਸੈੱਲ ਦੇ ਨਾਲ ਜਾਂ ਸਾਡੇ ਪ੍ਰਬੰਧਕਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਸ ਕੇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ, ਨਾ ਕਿ ਕੇਸ ਨੂੰ ਕਮਜ਼ੋਰ ਕੀਤਾ ਜਾ ਸਕੇ। ਸੋ ਜਿੱਥੋਂ ਤੱਕ ਕੱਲ ਦਾ ਸਵਾਲ ਹੈ, ਮੈਂ ਇਹਦੇ ਬਾਰੇ ਲੀਗਲ ਪੁਆਇੰਟ ਤੋਂ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹ ਜ਼ਮਾਨਤਾਂ ਦੀ ਗੱਲ ਕਰ ਰਹੇ ਆ, ਮੈਂ ਪਹਿਲੇ ਵੀ ਪੀਸੀ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਾਣਕਾਰੀ ਦਿੱਤੀ ਹੈ ਕਿ ਸਰਦਾਰ ਮਨਜੀਤ ਸਿੰਘ ਜੀਕੇ ਦੇ ਪ੍ਰਧਾਨ ਹੁੰਦਿਆਂ ਜਨਕਪੁਰੀ ਪੁਲਿਸ ਸਟੇਸ਼ਨ, ਵਿਕਾਸਪੁਰੀ ਪੁਲਿਸ ਸਟੇਸ਼ਨ, ਸੁਲਤਾਨਪੁਰੀ ਪੁਲਿਸ ਸਟੇਸ਼ਨ, ਦਿੱਲੀ ਕੈਂਟ ਪੁਲਿਸ ਸਟੇਸ਼ਨ, ਇਹ ਜਿੰਨੀਆਂ ਵੀ FIR ਸੀ, ਇਹਨਾਂ ਸਾਰੀਆਂ ਹੀ FIR ਦੇ ਉੱਤੇ ਸੱਜਣ ਕੁਮਾਰ ਨੂੰ ਜ਼ਮਾਨਤ ਸਰਦਾਰ ਮਨਜੀਤ ਸਿੰਘ ਜੀਕੇ ਦੇ ਪ੍ਰਧਾਨ ਰਹਿੰਦਿਆਂ ਹੋਈ ਹੈ। ਸੋ ਉਹ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜ਼ਮਾਨਤਾਂ ਦੇਣਾ ਜਿਹੜਾ ਉਹ ਕੋਰਟ ਦਾ ਕੰਮ ਹੁੰਦਾ ਹੈ, ਕਮੇਟੀਆਂ ਦਾ ਕੰਮ ਹੁੰਦਾ ਹੈ ਆਪਣੇ ਕੇਸ ਨੂੰ ਸਟਰੋਂਗਲੀ ਰਿਪਰੈਜ਼ੈਂਟ ਕਰਨਾ, ਜਿਹੜਾ ਕਿ ਅਸੀਂ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਦੇ ਵਿੱਚ ਕਾਮਯਾਬ ਹੋਏ ਹਾਂ। ਸੱਜਣ ਕੁਮਾਰ ਦੇ ਦੂਸਰੇ ਕੇਸ ਦੀ ਜਿਹੜੀ ਟ੍ਰਾਇਲ ਚੱਲ ਰਹੀ ਆ, ਉਸ ਟ੍ਰਾਇਲ ਨੂੰ ਅਸੀਂ ਐਂਡ ਤੱਕ ਲਿਜਾਣ ਦੇ ਵਿੱਚ ਕਾਮਯਾਬ ਹੋਏ ਹਾਂ। ਤੀਸਰੇ ਕੇਸ ਦੇ ਵਿੱਚ ਵੀ ਅਸੀਂ ਟ੍ਰਾਇਲ ਉਹਨੂੰ ਓਪਨ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਔਰ ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਹੈਗੀ ਆ ਕਿ ਸੱਜਣ ਕੁਮਾਰ ਸੁਪਰੀਮ ਕੋਰਟ ਦੇ ਵਿੱਚ ਬਾਰ-ਬਾਰ ਆਪਣੀ ਐਪਲੀਕੇਸ਼ਨ, ਕਦੀ ਉਹ ਪੈਰੋਲ ਦੀ ਔਰ ਕਦੀ ਬੇਲ ਐਪਲੀਕੇਸ਼ਨ ਲਗਾ ਚੁੱਕਾ, ਜਿਹੜੀ ਹਰ ਵਾਰੀ ਡਿਸਮਿਸ ਹੋਈ ਆ। ਉਹਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਵਾਰੀ ਅਪੋਜ਼ ਕਰਕੇ ਉਸ ਨੂੰ ਡਿਸਮਿਸ ਕਰਾਇਆ।